ਫਾਸਟਵੇ ਦੇ ਪਿਆਰੇ ਦਰਸ਼ਕੋ, ਤੁਹਾਨੂੰ ਡਾਕਟਰ ਵਿਸ਼ਵਬੰਧੂ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਇਤਿਹਾਸਿਕ ਅੰਮ੍ਰਿਤਸਰ ਦੇ ਵਿੱਚ ਤੁਹਾਨੂੰ ਲੈ ਕੇ ਜਾ ਰਹੇ ਹਾਂ ਅੰਮ੍ਰਿਤਸਰ ਦੇ ਕੋਲ 13 ਕਿਲੋਮੀਟਰ ਦੂਰ ਤੇ ਵਸੇ ਰਾਮ ਤੀਰਥ ਤੇ। ਰਾਮ ਤੀਰਥ ਜਿਹੜਾ ਨਾਂ ਹੀ ਦੱਸਦਾ ਹੈ ਰਾਮਚੰਦਰ ਜੀ ਦੇ ਨਾਲ ਜੁੜਿਆ ਹੋਇਆ, ਭਗਵਾਨ ਰਾਮ ਦੇ ਨਾਲ। ਰਾਮਚੰਦਰ ਜੀ ਨੇ ਜਿਸ ਵਕਤ ਸੀਤਾ ਨੂੰ ਬਨਵਾਸ ਦੇ ਦਿੱਤਾ, ਉਸ ਵਕਤ ਸੀਤਾ ਮਾਤਾ ਇੱਥੇ ਆ ਕੇ ਵਾਲਮੀਕੀ ਜੀ ਦੇ ਆਸ਼ਰਮ ਦੇ ਵਿੱਚ ਉਸਨੇ ਆ ਕੇ ਸ਼ਰਨ ਲਈ ਔਰ ਇਸੀ ਜਗ੍ਹਾ 'ਚ ਉਹਨਾਂ ਨੂੰ ਲਵ ਕੁਸ਼ ਨਾਮਕ 2 ਪੁੱਤਰਾਂ ਦਾ ਜਨਮ ਹੋਇਆ। ਔਰ ਇਹ ਉਹ ਧਾਰਮਿਕ ਸਥਲ ਹੈ ਜਿਸ ਦੇ ਬਾਰੇ ਅੱਜ ਅਸੀਂ ਤੁਹਾਨੂੰ ਇਸ ਦੀ ਇਤਿਹਾਸਿਕ ਜਾਣਕਾਰੀ ਦੇਵਾਂਗੇ। मैं भगवान वाल्मीकि जी के मंदिर के सामने खड़ा हाँ और इसके चारों तरफ मेरे को तुसी पीछे देख सकते हो, ये परिक्रमा है जिहड़ी चारों तरफ इससे बनाई गई है। बड़ी खूबसूरत इसका नव निर्माण किया गया जिसने वाल्मीकि जी के मंदिर नूं 4 चांद लगा दिते। मैं भगवान वाल्मीकि जी के मंदिर के अंदर भगवान वाल्मीकि जी की मूरत के सामने खड़ा हाँ। आओ इत्थे दे पुजारी जी के कोल जानिए कि इस मूरत के बारे, यह मूरत कदों स्थापित की गई। ये 2016 ਨੂੰ ਹੋਈ ਜੀ, 1 ਦਸੰਬਰ 2016 ਨੂੰ। जींदी जागदी मूरत सोने के पत्थर दे विच बनी हुई भगवान वाल्मीकि जी की मूरत। वाल्मीकि जी का स्थान जिस दे बारे सानू जानकारी देंगे। ये भगवान वाल्मीकि जी का आश्रम है। ਜਦੋਂ ਰਾਮਚੰਦਰ ਜੀ ਨੇ ਸੀਤਾ ਮਾਤਾ ਨੂੰ ਛੱਡਿਆ ਸੀ ਤੇ ਇੱਥੇ ਛੱਡਿਆ ਸੀ। ਇਹੋ ਜਗ੍ਹਾ ਦੇ ਉੱਤੇ ਲਵ ਦਾ ਜਨਮ ਹੋਇਆ, ਜਿਹੜਾ ਕੁਛ ਹੀ ਨਾ ਵਾਲਮੀਕ ਮਹਾਰਾਜ ਨੇ ਕੁਸ਼ਾਂ ਤੋਂ ਬਣਾਇਆ ਹੈ। ਸਰ ਇੱਕ ਜਿਹੜਾ ਐਡਾ ਵੱਡਾ ਸਰੋਵਰ ਦਿਖਾਈ ਦੇ ਰਿਹਾ ਬਾਹਰ, ਇਹ ਪਹਿਲੇ ਦਾ ਹੀ ਸਰੋਵਰ ਪੁਰਾਣਾ ਹੀ ਹੈ? ਹਾਂਜੀ। ਤੇ ਜਿਹੜਾ ਇਹ ਮੰਦਿਰ ਬਣਿਆ ਹੁਣ ਬਣਿਆ ਕਿ ਇਸ ਤੋਂ ਪਹਿਲੇ ਵੀ ਕੋਈ ਇਹੋ ਜਿਹੀ ਚੀਜ਼ ਸੀਗੀ? ਨਹੀਂ ਜੀ, ਪਹਿਲਾਂ ਪੁਰਾਣਾ ਮੰਦਿਰ ਹੀ ਪਿਛਲੇ ਪਾਸੇ ਹੈਗਾ ਜੀ, ਜਿੱਥੇ ਵਾਲਮੀਕ ਮਹਾਰਾਜ ਦੀ ਕੁਟੀਆ ਵਾ।
ਸਰ ਤੁਸੀਂ ਕੀ ਇੱਥੇ ਕਰਦੇ? ਜੀ ਮੈਂ ਇੱਥੇ ਪੁਜਾਰੀ ਹਾਂ, ਇੱਥੇ ਪਾਠ ਕਰੀਦਾ ਹੈ ਸਵੇਰ ਸ਼ਾਮ, ਕਾਹਦਾ? ਰਾਮਾਇਣ ਤੇ ਯੋਗ ਵਸਿਸ਼ਠ। ਸਰ ਰਮਾਇਣ ਤੇ ਸੰਸਕ੍ਰਿਤ ਚ ਲਿਖੀ ਗਈ ਹੈ, ਪੰਜਾਬੀ ਚ ਵੀ ਤੇ ਹਿੰਦੀ ਚ, ਤੁਸੀਂ ਕਿਹਦੇ ਚ ਉਚਾਰਨ ਕਰਦੇ ਹੋ? ਜੀ ਸੰਸਕ੍ਰਿਤ ਦੇ ਸ਼ਲੋਕ ਪੜ੍ਹੀਦੇ ਆ, ਨਾਲ ਉਹਨਾਂ ਦਾ ਹਿੰਦੀ ਉਚਾਰਨ ਕਰਕੇ, ਨਾਲ ਸਰਲ ਅਰਥ ਕਰਕੇ ਸਾਧ ਸੰਗਤ ਦੇ ਕੰਨਾਂ ਦੇ ਵਿੱਚ ਸ਼ਬਦਾਂ ਦਾ ਉਚਾਰਨ ਪਾਈਦਾ। ਵਾਹ, ਬਹੁਤ ਬਹੁਤ ਧੰਨਵਾਦ। ਇਹ ਸੀ ਅੱਜ ਸਾਡੇ ਕੋਲ ਸਾਹਮਣੇ ਪੁਜਾਰੀ ਜਿਹੜੇ ਵਾਲਮੀਕੀ ਜੀ ਦੀ ਰਮਾਇਣ ਦਾ ਰੋਜ਼ ਉਚਾਰਨ ਕਰਦੇ ਨੇ, ਔਰ ਇਸ ਤਰ੍ਹਾਂ ਵਾਲਮੀਕੀ ਜੀ ਦੀ ਰਮਾਇਣ ਇਸ ਮੰਦਰ ਦੇ ਚਾਰੋਂ ਔਰ ਔਰ ਇਸ ਸਰੋਵਰ ਦੇ ਵਿੱਚ ਗੂੰਜਦੀ ਹੈ। ਰਾਮ ਰਾਮ ਦਾ ਨਾਮ ਹਰ ਵਕਤ ਚੱਲ ਰਿਹਾ ਹੈ। ਮੇਰੇ ਪਿੱਛੇ ਤੁਸੀਂ ਇੱਕ ਬੜਾ ਵਿਸ਼ਾਲ ਸਰੋਵਰ ਦੇਖ ਰਹੇ ਹੋਵੋਗੇ। ਇਹ ਸਰੋਵਰ ਪੂਰਾ ਇਸੇ ਤਰ੍ਹਾਂ ਸੀਗਾ, ਇਸ ਦੇ ਵਿੱਚ ਕੁਝ ਨਹੀਂ ਸੀ, ਲੇਕਿਨ ਹੁਣ ਅੱਜ ਅਸੀਂ ਦੇਖ ਸਕਦੇ ਹਾਂ, ਮੇਰੇ ਪਿੱਛੇ ਦਿਖਾਈ ਦੇ ਰਿਹਾ ਹੋਵੇਗਾ ਭਗਵਾਨ ਵਾਲਮੀਕੀ ਜੀ ਦਾ ਵਿਸ਼ਾਲ ਮੰਦਰ, ਜਿਹੜਾ ਸ਼ਾਇਦ ਭਾਰਤ ਦੇ ਵਿੱਚ ਕੱਲਾ ਐਸਾ ਖੂਬਸੂਰਤ ਮੰਦਰ ਹੈ ਜਿਸ ਦੀ ਉਸਾਰੀ ਥੋੜੇ ਦੇਰ ਹੋਈ ਸਰਕਾਰ ਨੇ, ਪੰਜਾਬ ਸਰਕਾਰ ਨੇ ਕਰਵਾਈ। ਬਾਬਾ ਪੌੜੀ ਵਾਲੇ ਜੀ ਦਾ ਦਰਬਾਰ ਅਸੀਂ ਹੁਣੀ ਦੇਖਿਆ, ਔਰ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਬਣੀ ਹੋਈ ਗਊਸ਼ਾਲਾ, ਜਿੱਥੇ ਗਾਵਾਂ ਦੀ ਸੇਵਾ ਕੀਤੀ ਜਾਂਦੀ ਹੈ। ਔਰ ਕਿਹਾ ਜਾਂਦਾ ਹੈ ਗਊ ਸੇਵਾ ਜਿਹੜਾ ਹੈ ਉਹੀ ਸਾਡਾ ਸਭ ਤੋਂ ਵੱਡਾ ਧਰਮ ਹੈ। ਆਓ ਗਾਵਾਂ ਦੀ ਸੇਵਾ ਕਰੀਏ। ਅਸੀਂ ਰਾਮ ਤੀਰਥ ਵਿੱਚ ਵਾਲਮੀਕੀ ਆਸ਼ਰਮ ਦੇ ਪਰਿਕਰਮਾ ਦੀ ਦਰਸ਼ਨ ਕਰਦੇ ਹੋਏ ਅਸੀਂ ਇੱਥੇ ਮਾਤਾ ਲਾਲ ਦੇਵੀ ਜੀ ਦੇ ਮੰਦਿਰ ਪਹੁੰਚੇ ਹਾਂ। ਮਾਤਾ ਲਾਲ ਦੇਵੀ ਜੀ ਚਿੰਤਪੁਰਨੀ ਜੀ ਦੇ ਭਗਤ ਸਨ। ਸਾਰੀ ਉਮਰ ਇਹਨਾਂ ਨੇ ਅੰਨ ਨਹੀਂ ਛਕਿਆ, ਸਿਰਫ ਫਲ ਅਤੇ ਦੁੱਧ ਉੱਤੇ ਰਹੇ। ਮਾਤਾ ਲਾਲ ਦੇਵੀ ਜੀ ਦੀ ਬੜੀ ਮੰਨਤਾ ਹੈ, ਔਰ ਇਹ ਉਹਨਾਂ ਦਾ ਮੰਦਿਰ ਹੈ ਜਿਸ ਦੀ ਉਸਾਰੀ ਚੱਲ ਰਹੀ ਹੈ, ਹਾਲੇ ਪੂਰੀ ਨਹੀਂ ਹੋਈ। ਰਾਮ ਤੀਰਥ ਦੀ ਪਰਿਕਰਮਾ ਕਰਦੇ ਹੋਏ ਅਸੀਂ ਹੁਣ ਆ ਪਹੁੰਚੇ ਹਾਂ ਉਸ ਸਥਾਨ ਤੇ ਜਿੱਥੇ ਲਵ ਕੁਸ਼ ਨੇ ਹਨੂਮਾਨ ਜੀ ਨੂੰ ਕੈਦ ਕਰ ਲਿਆ ਸੀ। ਔਰ ਤੁਸੀਂ ਦੇਖ ਸਕਦੇ ਹੋ ਮੇਰੇ ਸੱਜੇ ਪਾਸੇ ਨੇ ਹਨੂਮਾਨ ਜੀ ਦੀ ਮੂਰਤ ਹੈ, ਜਿਸ ਨੂੰ ਆਮ ਡੋਰੀ ਦੇ ਨਾਲ, ਧਾਗੇ ਦੇ ਨਾਲ, ਮੌਲੀ ਕਹਿ ਸਕਦੇ ਹਾਂ, ਉਸ ਦੇ ਨਾਲ ਬੰਨਿਆ ਹੋਇਆ। ਔਰ ਮੇਰੇ ਖੱਬੇ ਪਾਸੇ ਤੁਸੀਂ ਦੇਖ ਸਕਦੇ ਹੋ ਲਵ ਕੁਸ਼ ਜੀ ਦੀ ਮੂਰਤਾਂ ਬਣੀਆਂ ਹੋਈਆਂ, ਨਾਲ ਘੋੜਾ ਜਿਹੜਾ ਅਸ਼ਵਮੇਘ ਦਾ ਘੋੜਾ ਸੀ ਜਿਸ ਨੂੰ ਇਹਨਾਂ ਨੇ ਰੋਕਿਆ ਸੀ। ਔਰ ਉਸ ਤੋਂ ਬਾਅਦ ਅਸ਼ਵਮੇਘ ਦਾ ਜਿਹੜਾ ਘੋੜਾ ਰੋਕਣ ਦਾ ਮਤਲਬ ਸੀ ਕਿ ਯੁੱਧ ਦੀ ਲਲਕਾਰ, ਔਰ ਉਹਨਾਂ ਨੇ ਯੁੱਧ ਲਈ ਲਲਕਾਰਿਆ ਸੀ। ਅਸੀਂ ਇਸ ਵਕਤ ਰਾਮ ਤੀਰਥ ਦੇ ਉਸ ਸਥਲ ਤੇ ਖੜੇ ਹਾਂ ਜਿੱਥੇ ਮਾਤਾ ਸੀਤਾ ਜੀ ਦਾ ਆਸ਼ਰਮ ਸੀ, ਔਰ ਸੀਤਾ ਜੀ ਇੱਥੇ ਰਹਿੰਦੇ ਸਨ। ਮੇਰੇ ਪਿੱਛੇ ਜਿਹੜਾ ਦੇਖ ਰਹੇ ਹੋ ਇਹ ਉਹ ਬੜ ਦਾ ਪੇੜ ਹੈ, ਜਿਸ ਬੜ ਦੇ ਪੇੜ ਦੇ ਨਾਲ ਹਨੂਮਾਨ ਜੀ ਨੂੰ ਲਵ ਕੁਸ਼ ਨੇ ਬੰਨ੍ਹ ਦਿੱਤਾ ਸੀ, ਇੱਕ ਸਿੰਪਲ ਜਿਹੇ ਧਾਗੇ ਦੇ ਨਾਲ, ਜਿਹਨੂੰ ਅਸੀਂ ਮੌਲੀ ਆਖਦੇ ਹਾਂ। ਇਹ ਉਸ ਪੇੜ ਨੂੰ ਪ੍ਰੀਜ਼ਰਵ ਕੀਤਾ ਗਿਆ ਹੈ। ਪੇੜ ਦਾ ਉੱਪਰ ਅਗਰ ਤੁਹਾਨੂੰ ਬਾਹਰ ਜਾ ਕੇ ਅਸੀਂ ਦਿਖਾਵਾਂਗੇ, ਬੜਾ ਵਿਸ਼ਾਲਕਾय ਵ੍ਰਿਕਸ਼ ਹੈ ਜਿਸ ਨੂੰ ਪ੍ਰੀਜ਼ਰਵ ਕਰਨ ਲਈ ਚਾਰੋਂ ਤਰਫ ਇਸ 'ਤੇ ਮੰਦਰ ਬਣਾ ਦਿੱਤਾ ਗਿਆ ਹੈ। ਇਹ ਉਹੀ ਪੇੜ ਹੈ ਜਿੱਥੇ ਹਨੂਮਾਨ ਜੀ ਨੂੰ ਬੰਨ੍ਹ ਕੇ ਅਸ਼ਵਮੇਘ ਘੋੜਾ ਜਿਹੜਾ ਸੀ ਉਸ ਨੂੰ ਰੋਕਿਆ ਗਿਆ, ਔਰ ਰਾਮਚੰਦਰ ਜੀ ਨੂੰ ਅਸ਼ਵਮੇਘ ਘੋੜਾ ਰੋਕਣ ਦਾ ਅਰਥ ਸੀਗਾ ਯੁੱਧ ਦੀ ਲਲਕਾਰ। ਲਵ ਕੁਸ਼ ਨੇ ਰਾਮਚੰਦਰ ਨੂੰ ਯੁੱਧ ਦੇ ਲਈ ਲਲਕਾਰਿਆ ਸੀ। ਔਰ ਮੰਨਿਆ ਜਾਂਦਾ ਹੈ ਇਸ ਯੁੱਧ ਦੇ ਵਿੱਚ ਸੀਤਾ ਨੂੰ ਜਿਸ ਵਕਤ ਪਤਾ ਲੱਗਾ ਕਿ ਇਹ ਯੁੱਧ ਰਾਮਚੰਦਰ ਜੀ ਦੇ ਨਾਲ ਹੋ ਰਿਹਾ ਹੈ, ਤੇ ਉਸਨੇ ਵਿੱਚ ਆ ਕੇ ਇਸ ਯੁੱਧ ਨੂੰ ਰੋਕਿਆ। ਔਰ ਇਸ ਯੁੱਧ ਦੇ ਬਾਅਦ
ਉਹਨਾਂ ਦੋਵਾਂ ਦੇ ਵਿੱਚ ਮਿਲਾਪ ਕਰਾਇਆ ਗਿਆ। ਅਲੱਗ-ਅਲੱਗ ਕਹਾਣੀਆਂ ਨੇ। ਇੱਕ ਕਹਾਣੀ ਹੈ ਕਿ ਲਵ ਕੁਸ਼ ਗਾਇਆ ਕਰਦੇ ਸਨ ਰਮਾਇਣ ਦਾ ਪਾਠ ਗਾ ਕੇ ਸੁਣਾਉਂਦੇ ਸਨ, ਔਰ ਇਸ ਨੂੰ ਉਹਨਾਂ ਨੇ ਰਾਮ ਦੇ ਦਰਬਾਰ ਦੇ ਵਿੱਚ ਜਾ ਕੇ ਗਾਥਾ ਨੂੰ ਸੁਣਾਇਆ। ਹਮ ਕਥਾ ਸੁਣਾਤੇ ਹੈ, ਤੁਸੀਂ ਦੇਖਿਆ ਵੀ ਹੋਣਾ। ਉਸ ਕਥਾ ਦੇ ਵਿੱਚ ਉਹਨਾਂ ਨੇ ਰਾਮ ਦੀ ਜੀਵਨੀ ਔਰ ਸੀਤਾ ਦਾ ਵਰਣਨ ਕੀਤਾ। ਜਦੋਂ ਰਾਮ ਨੂੰ ਪਤਾ ਲੱਗਾ ਕਿ ਇਹ ਤੇ ਕਥਾ ਵਾਚਕ ਜਿਹੜੇ ਨੇ ਇਹ ਉਹਨਾਂ ਦੀ ਆਪਣੀ ਸੰਤਾਨ ਹੈ, ਉਹਨਾਂ ਦੀ ਅੱਖਾਂ ਭਰ ਆਈਆਂ, ਔਰ ਉਸ ਵਕਤ ਫਿਰ ਉਹਨਾਂ ਨੇ ਸੀਤਾ ਜੀ ਨੂੰ ਉਸ ਦਰਬਾਰ 'ਚ ਬੁਲਾਇਆ। ਸੀਤਾ ਉਸ ਦਰਬਾਰ 'ਚ ਆਉਂਦੀ ਹੈ, ਔਰ ਉਸ ਦਰਬਾਰ 'ਚ ਆ ਕੇ ਉਹ ਜਿਸ ਵਕਤ ਮਿਲਾਪ ਹੁੰਦਾ ਹੈ, ਉੱਥੇ ਹੀ ਉਹ ਕਹਿੰਦੀ ਹੈ, ਧਰਤੀ ਮਾਂ ਤੂੰ ਫਟ ਜਾ, ਮੈਂ ਤੇਰੀ ਗੋਦ 'ਚ ਸਮਾਣਾ ਹੈ। ਔਰ ਸੀਤਾ ਉਸ ਵਕਤ ਧਰਤੀ 'ਚ ਸਮਾ ਜਾਂਦੀ ਹੈ, ਕਿਉਂਕਿ ਮੰਨਿਆ ਜਾਂਦਾ ਹੈ ਕਿ ਸੀਤਾ ਜਿਹੜੀ ਸੀ ਧਰਤੀ ਤੋਂ ਹੀ ਨਿਕਲੀ ਸੀ ਔਰ ਧਰਤੀ ਦੇ ਵਿੱਚ ਸਮਾ ਗਈ। ਇਸ ਵਕਤ ਅਸੀਂ ਖੜੇ ਹਾਂ ਲਵ ਕੁਸ਼ ਦੀ ਪਾਠਸ਼ਾਲਾ। ਕਿਹਾ ਜਾਂਦਾ ਹੈ ਕਿ ਵਾਲਮੀਕੀ ਜੀ ਇਸ ਸਥਾਨ ਤੇ ਬੈਠ ਕੇ ਉਹਨਾਂ ਨੂੰ ਸਿੱਖਿਆ ਦਿਆ ਕਰਦੇ ਸੀ। ਧਨੁਰ ਵਿਦਿਆ ਜੋ ਵੀ ਉਹਨਾਂ ਨੂੰ ਗਿਆਨ ਪ੍ਰਾਪਤ ਹੋਇਆ, ਯੁੱਧ ਦੀ ਕੌਸ਼ਲ ਪ੍ਰਾਪਤ ਹੋਇਆ, ਉਹਨਾਂ ਨੇ ਇਸੇ ਸਥਾਨ ਤੇ ਉਹਨਾਂ ਨੂੰ ਦਿੱਤਾ। ਇਹ ਜਿੰਨਾ ਵੀ ਏਰੀਆ ਜਿਸ ਜਗ੍ਹਾ 'ਚ ਮੈਂ ਖੜਾ, ਜਿਹੜਾ ਤੁਹਾਨੂੰ ਅਸੀਂ ਬੜ ਦਾ ਪੇੜ ਦਿਖਾਇਆ, ਇਹਦੇ ਬਾਅਦ ਧੂਣੀ ਹੈ ਜਿੱਥੇ ਵਾਲਮੀਕੀ ਜੀ ਬੈਠ ਕੇ ਧੂਣੀ ਰਮਾਇਆ ਕਰਦੇ ਸਨ, ਔਰ ਜਿਸ ਜਗ੍ਹਾ 'ਤੇ ਉਹਨਾਂ ਨੇ ਇਸ ਰਮਾਇਣ ਨੂੰ ਜਨਮ ਦਿੱਤਾ, ਰਮਾਇਣ ਲਿਖੀ, ਉਹ ਸਾਰਾ ਸਥਲ ਇਹ ਸਥਲ ਹੈ ਜਿਸ ਨੂੰ ਸਰਕਾਰ ਨੇ ਉਸੇ ਤਰ੍ਹਾਂ ਰੱਖਿਆ ਜਿਸ ਤਰ੍ਹਾਂ ਉਸ ਵਕਤ ਦਾ ਸੀ, ਪ੍ਰਾਚੀਨ ਰੂਪ ਦੇ ਵਿੱਚ। ਇਸ 'ਚ ਕੋਈ ਬਹੁਤ ਚੇਂਜਸ ਨਹੀਂ ਲਿਆਂਦੀਆਂ। ਅਸੀਂ ਬਾਹਰ ਦੇਖਾਂਗੇ ਹੁਣੀ ਥੋੜ੍ਹੀ ਦੇਰ ਬਾਅਦ ਕਿ ਨਾਨਕਸ਼ਾਹੀ ਇੱਟ ਸਾਨੂੰ ਉਸ ਵਕਤ ਦੀ ਲੱਗੀ ਮਿਲਦੀ ਹੈ। ਇਸ ਦੇ ਵਿੱਚ ਕੋਈ ਬਦਲਾਵ ਨਹੀਂ ਕੀਤੇ ਗਏ, ਇਸ ਨੂੰ ਉਸੇ ਤਰ੍ਹਾਂ ਰਹਿਣ ਦਿੱਤਾ ਗਿਆ। ਮੈਂ ਤੁਹਾਨੂੰ ਹੁਣੀ ਅੱਗੇ ਲੈ ਚੱਲਾਂਗਾ ਜਿੱਥੇ ਸੀਤਾ ਮਾਤਾ ਇਸ਼ਨਾਨ ਕਰਦੇ ਸਨ, ਔਰ ਜਿਸ ਜਗ੍ਹਾ ਦੇ ਵਿੱਚ ਉਹਨਾਂ ਨੇ ਲਵ ਕੁਸ਼ ਦਾ ਪਾਲਣ ਪੋਸ਼ਣ ਕੀਤਾ। ਇਹ ਉਹੀ ਜਗ੍ਹਾ ਹੈ ਜਿੱਥੇ ਉਹਨਾਂ ਦਾ ਲਾਲਨ ਪਾਲਨ ਹੋਇਆ। मैं इस वक्त तूना आश्रम ਦੇ ਵਿੱਚ ਖੜਾ ਹਾਂ, ਔਰ ਮੇਰੇ ਪਿੱਛੇ ਤੂਨਾ ਆਸ਼ਰਮ ਤੁਹਾਨੂੰ ਦਿਖਾਈ ਦੇ ਰਿਹਾ ਹੋਵੇਗਾ। ਖੱਬੇ ਪਾਸੇ ਮੇਰੇ ਨਾਲ ਸਾਹਮਣੇ ਉਹ ਸਥਲ ਹੈ ਜਿੱਥੇ ਮਾਤਾ ਸੀਤਾ ਜੀ ਨੇ ਲਵ ਨੂੰ ਜਨਮ ਦਿੱਤਾ। ਆਓ ਸਾਡੇ ਸਾਹਮਣੇ ਬਾਬਾ ਜੀ ਬੈਠੇ ਨੇ, ਬਾਬਾ ਜੀ ਕੋਲ ਇਸ ਜਗ੍ਹਾ ਦਾ ਇਤਿਹਾਸ ਜਾਣੀਏ। ਇਹ ਧੂਣਾ ਸਾਹਿਬ ਹੈ ਭਗਵਾਨ ਵਾਲਮੀਕ ਜੀ ਦਾ। ਇੱਥੇ ਭਗਵਾਨ ਵਾਲਮੀਕ ਜੀ ਆਪ ਸਤਯੁਗ ਦੇ ਵਿੱਚ ਪ੍ਰਗਟ ਹੋਏ ਸੀ। ਸਤਯੁਗ ਜੀ ਪ੍ਰਗਟ ਹੋ ਕੇ ਇੱਥੇ ਰਮਾਇਣ ਲਿਖੀ ਹੈ। ਉਹਨਾਂ ਰਾਮ ਦੇ ਜਨਮ ਤੋਂ 10,000 ਸਾਲ ਪਹਿਲੇ ਇੱਥੇ ਲਿਖੀ ਹੈ। ਰਾਮ त्रेता युग में पैदा हुआ थे। त्रेता युग में सीता यही आई है जब उसको घर से निकाल दिया गया, फिर यही लव का जन्म हुआ है। उन्हें त्रेता युग के कुछ अज प्राण पाए, कुछ अज प्राण पाए भगवान वाल्मीकि जी ने। कुछ का जन्म नहीं हुआ, जन्म कले लव का ही होया। मैं जिस स्थान पर खड़ा उत्थे तुसी मेरे चारों तरफ इट्टां दा कुछ ढेर देख रहे होगे। दोस्तों वो स्थान है जिथे लोग आके अपनी मन्नत मंगते ने, और इट्टां दा अपना 1 मंजिला 2 मंजिला तुसी देख रहे किसी ने 8 मंजिला एक घर बना के जाते हैं, और मन्निया जाता जिहड़ी कोई इत्थे मन्नत मंगदा उसकी मन्नत प्रवान हुंदी है, पूरी हुंदी है, और फिर वो आके इत्थे प्रसाद चढ़ाता है। ये जगह जिहड़ी है ये राम तीरथ दे विच जिस वक्त असी सीता माता की कुटिया और आश्रम भगवान वाल्मीकि जी दे वल जाने हाँ, उसके एंट्रेंस से लैफ्ट साइड के उत्ते ही देखी जा सकती है।
ਧਰਮ ਨੂੰ ਇਤਿਹਾਸ ਦੇ ਨਾਲ ਜੋੜ ਕੇ ਦੇਖਣਾ ਬੜਾ ਮੁਸ਼ਕਿਲ ਹੈ, ਕਿਉਂਕਿ ਧਰਮ ਦੇ ਨਾਲ ਆਸਥਾ ਜੁੜੀ ਹੈ, ਇਤਿਹਾਸ ਤੱਥ ਮੰਗਦਾ ਹੈ ਔਰ ਤੱਥ ਦੇ ਉੱਤੇ ਉਸ ਦੀ ਕੜੀਆਂ ਨੂੰ ਜੋੜ ਕੇ ਇਤਿਹਾਸ ਸਿਰਜਿਆ ਜਾਂਦਾ ਹੈ। ਲਵ ਕੁਸ਼ ਇੱਥੋਂ ਇਸ ਜਗ੍ਹਾ ਦੇ ਬਾਅਦ ਕਿੱਥੇ ਗਏ, ਉਹਨਾਂ ਦਾ ਕੀ ਹੋਇਆ, ਇੱਕ ਬੜਾ ਵੱਡਾ ਪ੍ਰਸ਼ਨ ਹੈ, ਜਿਸ ਦੇ ਬਾਰੇ ਕਿਹਾ ਜਾਂਦਾ ਹੈ ਕਿ ਰਾਮਚੰਦਰ ਜੀ ਨੇ ਲਵ ਨੂੰ ਲਾਹੌਰ ਦਾ ਰਾਜ ਦਿੱਤਾ ਅਤੇ ਕੁਸ਼ ਨੂੰ ਕਸੂਰ। ਲਾਹੌਰ ਜਿਹੜਾ ਹੈ ਉਸ ਅਗਰ ਉਸਦਾ ਪੁਰਾਣਾ ਨਾਂ ਦੇਖਿਆ ਜਾਏ ਤੇ ਉਹ ਲਾਹੌਰ, ਲਵਾਰ, ਲਵ, ਮਤਲਬ ਇਹ ਵਿਗੜਦਾ ਲਵ ਤੋਂ ਲਾਹੌਰ ਬਣ ਗਿਆ। ਔਰ ਕਸੂਰ ਜਿਹੜਾ ਪੰਜਾਬ ਦੇ ਕੋਲ ਹੀ ਉੱਥੇ ਹੀ ਪਾਕਿਸਤਾਨ ਦੇ ਵਿੱਚ ਹੈ ਅੱਜ, ਉਹ ਜਗ੍ਹਾ ਕੁਸ਼ ਦੇ ਕੋਲ ਸੀ। ਬਹੁਤ ਸਾਰੇ ਇਹ ਕਹਿਣਗੇ ਕਿ ਰਾਮ ਤੀਰਥ ਜਿਹੜੀ ਜਗ੍ਹਾ ਹੈ ਇੱਥੇ ਨਹੀਂ, ਨੇਪਾਲ 'ਚ ਸੀ, ਕੋਈ ਕਹਿੰਦਾ ਹੈ ਛੱਤੀਸਗੜ੍ਹ ਸੀ। ਲੇਕਿਨ ਅਗਰ ਅਸੀਂ ਉਹਨਾਂ ਦੇ ਰਾਜ ਵੱਲ ਜਾਈਏ, ਲਾਹੌਰ ਅਤੇ ਕਸੂਰ ਨੂੰ ਦੇਖਦੇ ਹੋਏ ਸਾਨੂੰ ਇਹ ਸੋਚਣ 'ਤੇ ਮਜਬੂਰ ਕਰਦਾ ਹੈ ਕਿ ਵਾਕਈ ਹੋਏਗਾ ਕਿਸੇ ਵਕਤ ਲਵ ਕੁਸ਼ ਇसी ਜਗ੍ਹਾ 'ਚ ਪਲੇ ਵੱਡੇ ਹੋਏ ਹੋਣ। ਔਰ ਇਹ ਸਥਾਨ ਜਿਹੜਾ ਇੱਕ ਬੜਾ ਮਹੱਤਵਪੂਰਨ ਸਥਾਨ ਹੈ। ਪਿਆਰੇ ਦਰਸ਼ਕੋ, ਅੱਜ ਅਸੀਂ ਤੁਹਾਨੂੰ ਰਾਮ ਤੀਰਥ ਤੇ ਮਹੱਤਵਪੂਰਨ ਭਗਵਾਨ ਸ਼੍ਰੀ ਵਾਲਮੀਕੀ ਆਸ਼ਰਮ ਜੀ ਦੇ ਜਾਣਕਾਰੀ ਦਿੱਤੀ। ਫਾਸਟਵੇ ਇਸੇ ਤਰ੍ਹਾਂ ਤੁਹਾਨੂੰ ਅਗਲੀ ਵਾਰੀ ਇੱਕ ਹੋਰ ਨਵੇਂ ਇਤਿਹਾਸਿਕ ਸਥਲ ਬਾਰੇ ਜਾਣਕਾਰੀ ਦੇਗਾ। ਤਦ ਤੱਕ ਮੈਨੂੰ ਤੇ ਮੇਰੇ ਕੈਮਰਾਮੈਨ ਰਕੇਸ਼ ਕੁਮਾਰ ਜੀ ਨੂੰ ਇਜਾਜ਼ਤ ਦਿਓ। ਬਹੁਤ ਬਹੁਤ ਧੰਨਵਾਦ।